ਵਾਰੀ ਹੈ। ਨਾਲ ਦੀ ਨਾਲ ਜਿੱਥੇ ਕਿੱਥੇ ਗੁਪਤ ਸਾਧੂ ਬੈਠੇ ਚੇਤੇ ਕਰ ਰਹੇ ਨੇ ਗੁਰੂ ਸਾਹਿਬ ਨੂੰ, ਉਧਰ ਵੀ ਆਪ ਜੀ ਦਾ ਧਿਆਨ ਹੈ, ਉਹਨਾਂ ਨੂੰ ਵੀ ਦਰਸ਼ਨ ਦੇ ਰਹੇ ਨੇ। ਬੂਝੋ ਪ੍ਰਸ਼ਨ ਪੁਰਖ ਭਗਵੰਤਾ, ਮਨ ਵਿੱਚ ਸਤ ਸਮਝੀ। ਪਿਛਲੀ ਪੰਕਤੀ ਪੜੋ। ਨਿਤ ਪ੍ਰਤ ਨੇਮ ਧਾਰ ਸਿਮਰੰਤਾ, ਨਿਤਨੇਮ ਨਾਲ ਕਦੇ ਵੀ ਨਾਗਾ ਨਹੀਂ ਸੀ ਪੈਣ ਦਿੰਦਾ, ਰੋਜ਼ ਚੇਤੇ ਕਰਦਾ ਮਹਾਰਾਜ ਜੀ ਦਰਸ਼ਨ ਦਿਓ। ਬੂਝੋ ਪ੍ਰਸ਼ਨ ਪੁਰਖ ਭਗਵੰਤਾ, हे ਭਗਵੰਤ ਰੂਪ ਸਤਿਗੁਰੂ ਹਰਗੋਬਿੰਦ ਸਾਹਿਬ ਜੀ, ਮੈਂ ਤੁਹਾਡੇ ਕੋਲ ਪ੍ਰਸ਼ਨ ਪੁੱਛਣੇ ਚਾਹੁੰਦਾ। ਸੋ ਆਇਓ ਜਬ ਪਏ ਅਕੰਤ, ਜਦੋਂ ਸਤ ਸੰਗਤ ਜੀ ਉਸ ਨੂੰ ਪਤਾ ਲੱਗ ਗਿਆ ਮਹਾਰਾਜ ਸਾਹਿਬ ਜੀ ਆਏ ਨੇ, ਇਸ ਵੇਲੇ ਰਾਤਰੀ ਦਾ ਸਮਾਂ, ਸਾਰੇ ਆਪੋ ਆਪਣੇ ਥਾਵਾਂ ਤੇ ਸੌਂ ਗਏ। ਸਤਿਗੁਰ ਜਾਗਤਾ ਹੈ ਦਿਓ, ਗੁਰੂ ਸਾਹਿਬ ਸਦਾ ਹੀ ਜਾਗਦਾ। ਖਾਲਸਾ ਜੀ ਆਪਾਂ ਨੂੰ ਅਵਿਦਿਆ ਦੀ ਨੀਂਦ ਨੇ, ਜਾਗਦਿਆਂ ਨੂੰ ਵੀ ਸੁਣਾਈ ਰੱਖਣਾ ਹੈ। ਲੇਕਿਨ ਸਤ ਸੰਗਤ ਜੀ ਗੁਰੂ ਸਾਹਿਬ ਜੀ ਆਪਣੇ ਆਸਣ ਤੇ ਬੈਠੇ ਨੇ, ਟਿਕੀ ਰਾਤ ਨੂੰ ਤੰਬੂ ਚ ਆ ਗਿਆ ਸੰਤ, ਮਹਾਰਾਜ ਦੇ ਚਰਨਾਂ ਤੇ ਮੱਥਾ ਟੇਕਿਆ। ਦੇਖ ਦਰਸ਼ ਗੁਰ ਕੋ ਹਰਖੰਤ, ਦਰਸ਼ਨ ਕਰਕੇ ਬਹੁਤ ਖੁਸ਼ ਹੋਇਆ ਇਹ। ਸਾਦਰ ਕਰਿਓ ਬਿਠਾਵਨ ਪਾਸ, ਸਤਿਗੁਰੂ ਅੰਤਰਜਾਮੀ ਨੇ ਮਾਰੇ ਸਤਿਕਾਰ ਨਾਲ ਕੋਲੇ ਬਿਠਾ ਲਿਆ। ਹਰ ਬੰਧਨ ਪਦ ਧਰੇ ਹਲਾਸ, ਮੱਥਾ ਟੇਕ ਕੇ ਸਤ ਸੰਗਤ ਜੀ ਬੜਾ ਖੁਸ਼ ਹੋਇਆ ਇਹ। ਹਾਥ ਜੋੜ ਕਰ ਬੂਝਣ ਕੀਨੇ, ਹੱਥ ਜੋੜ ਕੇ ਪੁੱਛਣਾ ਕੀਤਾ ਸੰਤ ਨੇ, ਔਰ ਸੰਸੇ ਮੁਝ ਕਰੋ ਸੁਹੀਨੇ। ਮਹਾਰਾਜ ਜੀ ਮੇਰੇ ਮਨ ਵਿੱਚ ਸੰਸੇ ਨੇ, ਕੋਈ ਸ਼ੰਕਾ ਨੇ ਭਗਤੀ ਦੀ ਲਾਈਨ ਵਿੱਚ, ਉਹ ਨਿਵਰਤ ਕਰੋ। ਇਹ ਜਗ ਸਾਚ ਕੇ ਝੂਠੋ ਬਣਿਓ, ਆ ਸੰਸਾਰ ਸੱਚਾ ਕਿ ਝੂਠਾ ਹੈ, ਇਹ ਦੱਸੋ ਮਹਾਰਾਜ ਜੀ। ਨੀਚੇ ਪਇਓ ਨਾ ਮੈਂ ਮਨ ਗੁਣਿਓ, ਮੈਂ ਮਨ ਵਿੱਚ ਬੜੀ ਵਿਚਾਰ ਕੀਤੀ ਹੈ। ਜਮਨਾ ਦੇ ਕਿਨਾਰੇ ਮਾਰਿਆ ਤੜਕੇ ਤਾਰਿਆਂ ਦੀ ਛਾਵੇਂ, ਸਾਰੀ ਸਾਰੀ ਰਾਤ ਮੈਂ ਭਗਤੀ ਕਰਕੇ ਦੇਖ ਲਈ, ਮੈਨੂੰ ਨੇਚਾ ਨਹੀਂ ਹੋਇਆ। ਮੈਂ ਬੜੀਆਂ ਵਿਚਾਰਾਂ ਕੀਤੀਆਂ ਵੀ ਇਹ ਸੰਸਾਰ ਸੱਚਾ ਹੈ ਜਾਂ ਝੂਠਾ ਹੈ। ਜੇ ਝੂਠਾ ਸਮਝ ਦਈਏ ਤਾਂ ਸਰਦਾ ਨਹੀਂ ਇਹਦੇ ਬਿਨਾਂ, ਜੇ ਇਹਦੇ ਚ ਪਰਚ ਜੀਏ ਤਾਂ ਸੁੱਖ ਨਹੀਂ ਮਿਲਦਾ ਨਾਮ ਤੋਂ ਵਿਛੜ ਕੇ। ਕਰੀਏ ਕੀ? ਜੇਕਰ ਝੂਠੋ ਕਰੋ ਵਿਚਾਰਨ, ਜੇ ਮੈਂ ਵਿਚਾਰਦਾ ਕਿ ਸੰਸਾਰ ਝੂਠਾ ਹੈ, ਸਭ ਪ੍ਰਤੱਖਿਆ ਹੀ ਹੋਤ ਨਿਹਾਰਨ। ਆ ਸਾਰੇ ਗੱਲ ਕੰਮਕਾਰ ਪ੍ਰਤੱਖ ਹੋ ਰਹੇ ਨੇ, ਮੈਂ ਕਿਵੇਂ ਝੂਠਾ ਕਹਿ ਦਿਆਂ ਇਸ ਨੂੰ? ਸਾਚ ਝੂਠ ਦੋਨੋਂ ਵਿਦ ਕਹੇ, ਜੇ ਮੈਂ ਕਹਿੰਦਾ ਸੱਚਾ ਵੀ ਹੈ ਝੂਠਾ ਵੀ ਹੈ, ਕਦੇ ਹੋ ਨਹੀਂ ਸਕਦੀ ਬਾਤ। ਆਪਸ ਵਿਖੇ ਵਿਰੋਧੀ ਹੈ, ਆਪਸ ਵਿੱਚ ਹੀ ਹਨੇਰਾ ਤੇ ਚਾਨਣ ਇਕੱਠੇ ਨਹੀਂ ਹੋ ਸਕਦੇ, ਵਿਰੋਧੀ ਹਨ। ਸਿਮਰਤੇ ਇਕੱਠੇ ਨ ਹੋਏ, ਜਿਵੇਂ ਹਨੇਰਾ ਤੇ ਪ੍ਰਕਾਸ਼ ਦੋਨੋਂ ਇਕੱਠੇ ਨਹੀਂ, ਜੇ ਪ੍ਰਕਾਸ਼ ਆਜੂ ਹਨੇਰਾ ਚਲਿਆ, ਜੋ ਹਨੇਰਾ ਆਜੂ ਪ੍ਰਕਾਸ਼ ਚਲਿਆ ਜਾਵੇਗਾ। ਜਾਂ ਤੇ ਨਿਰਣੇ ਮੋਏ ਨ ਕੋਏ, ਇਸ ਕਰਕੇ ਜੀ ਮੇਰੇ ਤੋਂ ਨਹੀਂ ਨਿਰਣਾ ਹੋ ਸਕਿਆ ਕਿ ਸੰਸਾਰ ਝੂਠਾ ਹੈ ਕਿ ਸੱਚਾ ਹੈ। ਸੁਣ ਸਤਿਗੁਰ ਤਬ ਉੱਤਰ ਦੀਨ, ਸੁਣ ਕੇ ਸਤਿਗੁਰਾਂ ਨੇ ਉੱਤਰ ਦਿੱਤਾ ਸਾਧ ਸੰਗਤ ਜੀ। ਜਬ ਨਰ ਸੁਪਤੈ ਨਿੰਦਰਾ ਲੀਨ। ਮਹਾਰਾਜ ਕਹਿੰਦੇ ਸੰਤ ਜੀ ਦੇਖੋ ਖਾਲਸਾ ਜੀ, ਉਮਰ ਦੇ ਹਿਸਾਬ ਨਾਲ ਸੰਤ ਦੀ ਕਿੱਡੀ ਵੱਡੀ ਉਮਰ ਹੈ, ਬਿਰਧ ਅਵਸਥਾ ਹੋਈ ਹੋਈ ਹੈ। ਆਪ ਜੀ ਦੀ ਉਮਰ ਸਾਧ ਸੰਗਤ ਜੀ 16-17 ਸਾਲ ਦੀ ਜ਼ਿਆਦਾ ਤੋਂ ਜ਼ਿਆਦਾ, ਲੇਕਿਨ ਉਪਦੇਸ਼ ਦੇ ਰਹੇ ਹਨ ਸਾਧ ਸੰਗਤ ਜੀ। ਕਹਿੰਦੇ ਸੰਤ ਜੀ ਸੁਣ, ਜਿਸ ਵੇਲੇ ਆਦਮੀ ਸੌਂਦਾ ਹੈ, ਸੁਪਨ ਅਵਸਥਾ ਜਬ ਹੂੰ ਪਾਏ, ਜਦੋਂ ਸੁਪਨ ਅਵਸਥਾ ਆਪਣੀ ਆਉਂਦੀ ਹੈ, ਸਗਲ ਜਗਤ ਜਾਨੋ ਤਿਸ ਭਾਏ। ਉਸੇ ਤਰ੍ਹਾਂ ਹੀ ਸੰਸਾਰ ਜਿਵੇਂ ਸੁਪਨਾ ਆਉਂਦਾ ਨਾ, ਐ ਸੰਸਾਰ ਹੈ। ਜਬ ਲੋ ਸੁਪਨਾ ਕਰ ਕੋ ਰਹੇ, ਜਿੰਨਾ ਚਿਰ ਸੁਪਨਾ ਰਹਿੰਦਾ ਆਪਾਂ ਨੂੰ, ਤਬ ਲੋ ਸਾਚੋ ਹੀ ਤਿਸ ਲਹੇ। ਉਹਨਾਂ ਚਿਰ ਆਪਾਂ ਸੁਪਨੇ ਨੂੰ ਸੱਚਾ ਸਮਝਦੇ ਹਾਂ। ਪੈ ਪਾਵਤੀ ਅਰ ਭਾਜੋ ਜਾਤ, ਸੁਪਨੇ ਵਿੱਚ ਆਪਾਂ ਕੋਈ ਸ਼ੇਰ ਵਗੈਰਾ ਸੱਪ ਮਿਲ ਜੇ ਡਰਦੇ ਵੀ ਆ, ਨੱਠਦੇ ਹਾਂ। ਕਹਿ ਪਰੇ ਦੇਖਤੇ ਔਰ ਹਰ ਖਾਤ, ਜੇ ਕੋਈ ਪਿਆਰੀ ਵਸਤੂ ਸੰਸਾਰ ਚ ਮਿਲ ਜੇ ਸੁਪਨੇ ਵਿੱਚ ਤਾਂ ਉਹਨੂੰ ਖੁਸ਼ ਹੋ ਕੇ ਮਿਲਦੇ ਹਾਂ। ਜੇ ਸੁਪਨੇ ਕੋ ਝੂਠ ਜਾਣੇ, ਜੇ ਸੁਪਨੇ ਨੂੰ ਝੂਠਾ ਮੰਨੀਏ, ਤਰਾਸ ਬਖਾਦ ਹਰ ਕਿਉ ਠਾਨੇ। ਫਿਰ ਮਾਇਆ ਸੁਪਨੇ ਚ ਮਿਲਦੀ ਆ, ਖੁਸ਼ ਹੁੰਨੇ ਆ। ਜੇ ਸੱਚ ਸਮਝੀ ਨੁਕਸਾਨ ਹੋ ਜੇ ਸੁਪਨੇ ਚ ਰੋਨੇ ਵੀ ਆ। ਜੇ ਸੁਪਨੇ ਨੂੰ ਝੂਠਾ ਸਮਝੀਏ ਤਾਂ ਖੁਸ਼ੀ ਤੇ ਗਮੀ ਕਿਉਂ ਧਾਰੀਏ? ਤਬ ਸਾਚੋ ਲਖ ਕਹਿ ਸਭ ਕਰੇ, ਉਸ ਵੇਲੇ ਜਿੰਨੇ ਸੁਪਨੇ 'ਚ ਕੰਮ ਕਰਦੇ ਆ ਸੱਚਾ ਸਮਝ ਕੇ ਕਰਦੇ ਆ ਸੰਸਾਰ ਨੂੰ, ਜਿਹੜਾ ਸੁਪਨੇ ਦਾ ਸੰਸਾਰ ਹੈ। ਬੀਰਜ ਬਿਨ ਸਾਚੇ ਕਿਉ ਗਰੇ, ਸਰੀਰ ਵੀ ਪਵਿੱਤਰ ਹੋ ਜਾਂਦਾ ਸੁਪਨੇ ਵਿੱਚ। ਜਾਗਰਤ ਜਵੇ ਅਵਸਥਾ ਪਾਏ, ਜਦੋਂ ਜਾਗਰਤ ਅਵਸਥਾ ਆਉਂਦੀ ਹੈ, ਨੀਂਦ ਖਤਮ ਹੋ ਜਾਂਦੀ ਹੈ, ਸੁਪਨਾ ਵੀ ਉੱਡ ਜਾਂਦਾ। ਜੇ ਸਾਚੋ ਤਬ ਕਿਉ ਨਾ ਦਿਸਾਏ। ਫਿਰ ਜੇ ਸੱਚਾ ਹੋਵੇ ਸੁਪਨੇ ਵਾਲਾ ਸੰਸਾਰ ਤਾਂ ਫਿਰ ਮਗਰੋਂ ਕਿਉਂ ਨਹੀਂ ਦਿਸਦਾ? ਜਦੋਂ ਜਾਗ ਪੈਂਦੇ ਆ ਫਿਰ ਦਿਸਦਾ ਨਹੀਂ। ਜਾਂ ਤੇ ਅਨਰਵਚਨ ਪ੍ਰਭ ਮਾਇਆ, ਮਹਾਰਾਜ ਕਹਿੰਦੇ ਹੇ ਸੰਤ ਜੀ, ਇਹਨੂੰ ਅਨਰਵਚਨੀ ਕਹਿੰਦੇ ਨੇ ਮਾਇਆ ਨੂੰ।
ਮਾਇਆ ਦਾ ਕਾਰਜ ਸੰਸਾਰ ਹੈ, ਕਾਰਜ ਕਾਰਨ ਨਾਲੋਂ ਭਿੰਨ ਨਹੀਂ ਹੋਇਆ ਕਰਦਾ। ਘੜਾ ਮਿੱਟੀ ਨਾਲੋਂ ਵੱਖਰਾ ਨਹੀਂ। ਮਿੱਟੀ ਦਾ ਆਕਾਰ ਸਤ ਸੰਗ ਜੀ ਬਣਾ ਦਿੱਤਾ, ਉਹਨੂੰ ਘੜਾ ਕਹਿਣ ਲੱਗ ਗਏ। ਗਹਿਣਾ ਸੋਨੇ ਨਾਲੋਂ ਵੱਖਰਾ ਨਹੀਂ। ਇਸੇ ਤਰ੍ਹਾਂ ਨੂੰ ਕਹਿੰਦੇ ਵਿਵਰਤਵਾਦ, ਪ੍ਰਣਾਮਵਾਦ। ਦੋ ਤਰ੍ਹਾਂ ਦੀ ਸਤ ਸੰਗ ਜੀ ਬਦਲਣਾ ਹੈ। ਦੁੱਧ ਤੋਂ ਦਹੀਂ ਬਣ ਜੇ, ਇਹਨੂੰ ਕਹਿੰਦੇ ਪ੍ਰਣਾਮਵਾਦ। ਮੁੜ ਕੇ ਦੁੱਧ ਨਾ ਬਣ ਗਿਆ। ਲੇਕਿਨ ਸੋਨੇ ਤੋਂ ਗਹਿਣਾ ਬਣ ਜੇ, ਉਹ ਫੇਰ ਸੁਨਿਆਰਾ ਢਾਲ ਕੇ ਸਤ ਸੰਗ ਜੀ ਸੋਨਾ ਬਣਾ ਦਿੰਦਾ, ਡਲੀ ਬਣਾ ਦਿੰਦਾ। ਇਹ ਕਹਿੰਦੇ ਵਿਵਰਤਵਾਦ। ਸੰਸਾਰ ਪ੍ਰਣਮਵਾਦ ਨਹੀਂ ਹੈ ਪਰਮੇਸ਼ਰ ਦਾ, ਇਹ ਵਿਵਰਤਵਾਦ ਹੈ। ਇਹ ਹਰ ਕਾ ਰੂਪਾ ਰੂਪ ਨਦਰੀ ਆਇਆ। ਜਿਵੇਂ ਸਤ ਸੰਗਤ ਜੀ ਸੋਨੇ ਤੇ ਸੋਨੇ ਦੇ ਗਹਿਣੇ ਵਿੱਚ ਕਹਿਣੇ ਮਾਤਰ ਸਹੀ ਹੈ ਤਾਂ ਸੋਨਾ ਹੀ। ਇਉਂ ਸੰਸਾਰ ਦਾ ਤੇ ਪਰਮੇਸ਼ਰ ਦਾ ਫਰਕ ਹੈ। ਜਾਣੀ ਪਰੇ ਨ ਬਿਨ ਗੁਰ ਦਾਇਆ। ਗੁਰੂ ਸਾਹਿਬ ਦੀ ਦਇਆ ਤੋਂ ਬਿਨਾਂ ਸੰਤ ਜੀ ਇਹ ਭੇਤ ਨਹੀਂ ਜਾਣਿਆ ਜਾਂਦਾ। ਮਾਇਆ ਜਿਹੜੀ ਅਨਰਵਚਨੀ ਹੈ, ਵਿਦਵਾਨਾਂ ਨੇ ਨਾ ਸਤ ਹੈ ਨਾ ਅਸਤ ਹੈ, ਨਾ ਸਤ ਸਤ ਉਵੇ ਹੈ, ਨਾ ਭਿੰਨ ਹੈ ਨਾ ਅਭਿੰਨ ਹੈ, ਨਾ ਭਿੰਨ ਭਿੰਨ ਉਵੇ ਹੈ, ਨਾ ਸਵੈਬ ਹੈ ਨਾ ਨਿਰਵੈਬ ਹੈ, ਨਾ ਸਵੈਬ ਨਿਰਵੈਬ ਉਵੇ ਹੈ। 9 ਜੁਗਤੀਆਂ ਜਿਹੜੀ ਨਾ ਸਹਾਰੇ ਉਹਨੂੰ ਮਾਇਆ ਕਹਿੰਦੇ ਹੈ। ਦੇਖੋ ਖਾਲਸਾ ਜੀ, ਉਮਰ ਕਿਤਨੀ ਕੁ ਹੈ ਪਰ ਗਿਆਨ ਕਿਤਨਾ ਡੂੰਘਾ। ਉਹੀ ਗੁਰੂ ਨਾਨਕ ਦੇਵ ਦੀ ਜੋਤ ਹੈ ਨਹੀਂ ਪ੍ਰਤੱਖ। ਖਾਲਸਾ ਜੀ ਕੋਈ ਫਰਕ ਹੈ? ਜਿਹੜੇ ਮਨਮਤੀਏ ਲੋਕ ਕਹਿੰਦੇ ਅਸੀਂ ਤਾਂ ਜੀ ਗੁਰੂ ਨਾਨਕ ਦੇਵ ਜੀ ਨੂੰ ਮੰਨਦੇ ਹਾਂ, ਦੂਜਿਆਂ ਗੁਰੂਆਂ ਨੂੰ ਨਹੀਂ ਮੰਨਦੇ। ਕਈ ਕਹਿਣਗੇ ਅਸੀਂ ਤਾਂ ਫਲਾਣੇ ਗੁਰੂ ਨੂੰ ਮੰਨਦੇ ਹਾਂ। ਮਨ ਹਰਾਮੀ ਹੁਜਤਾਂ ਢੇਰ। ਸਾਰੇ ਸਤ ਸੰਗ ਜੀ ਜੋਤੀ ਸਰੂਪ ਇੱਕ ਹਨ ਮਹਾਰਾਜ ਸਾਹਿਬ ਜੀ। ਅੱਜ ਸੱਚੇ ਪਾਤਸ਼ਾਹ ਸੰਤ ਨੂੰ ਜਿਹਨੇ ਸਾਰੀ ਜ਼ਿੰਦਗੀ ਭਗਤੀ ਕੀਤੀ, ਹਲੇ ਪੱਲੇ ਕੱਖ ਨਹੀਂ ਪਿਆ ਹੈ। ਅੱਜ ਮਹਾਰਾਜ ਜੀ ਮਜਨੂ ਟਿੱਲੇ ਇਸ ਨੂੰ ਉਪਦੇਸ਼ ਦੇ ਰਹੇ ਨੇ। ਸਾਚ ਝੂਠ ਕਿਛ ਕਹੀ ਨ ਜਾਏ। ਇਸ ਕਰਕੇ ਮਾਇਆ ਹੈ ਸੰਤ ਜੀ, ਨਾ ਇਹ ਸੱਚੀ ਕਹੀ ਜਾਂਦੀ ਹੈ ਨਾ ਝੂਠੀ ਕਹੀ ਜਾਂਦੀ ਹੈ। ਜੇ ਤਾਂ ਝੂਠੀ ਕਹੀਏ ਤਾਂ ਇਹਦੇ ਬਿਨਾਂ ਕਾਰਜ ਨਹੀਂ ਸਰਦੇ। ਜੇ ਸੱਚੀ ਕਹੀਏ ਤਾਂ ਨਾਲ ਨਹੀਂ ਜਾਂਦੀ। ਜੇ ਸੱਚੀ ਝੂਠੀ 2 ਅੱਖਰ ਕਹਿ ਦਈਏ, ਕਹਿੰਦੇ ਵੀ ਇਹ ਤੇਰਾ ਕੋਈ ਨਿਆਂ ਵੀ ਫਲਾਣਾ ਆਦਮੀ ਸੱਚਾ ਵੀ ਹੈ ਝੂਠਾ ਵੀ ਹੈ। ਸੋ ਜਿਹੜੀਆਂ ਨਾ ਜੁਗਤੀਆਂ 9 ਸਹਾਰੇ ਉਹਨੂੰ ਕਹਿੰਦੇ ਅਨਰਵਚਨੀ। ਇਹ ਮਾਇਆ ਹੈ ਤੇ ਕਾਰਜ ਇਹ ਜਗ ਤਿਸ ਭਾਏ। ਇਹ ਮਾਇਆ ਦਾ ਕਾਰਜ ਹੀ ਸੰਸਾਰ ਹੈ। ਸੰਸਾਰ ਵੀ ਨਾ ਸੱਚਾ ਹੈ ਨਾ ਝੂਠਾ ਹੈ। ਮਾਇਆ ਕੋ ਆਖੇ ਅਗਿਆਨ। ਮਾਇਆ ਨੂੰ ਹੀ ਅਗਿਆਨ ਕਹਿੰਦੇ ਨੇ, ਉਹਦਾ ਨਾਂ ਹੀ ਅਗਿਆਨ ਪਿਆ ਹੈ। ਇਸ ਕੋ ਰੂਪ ਨ ਨਿਜ ਕੋ ਜਾਨ। ਇਹਦਾ ਅਗਿਆਨ ਦਾ ਰੂਪ ਕੀ ਹੈ? ਆਪਣੇ ਆਪ ਨੂੰ ਨਾ ਜਾਣਨਾ। ਜਿਹੜਾ ਆਪਾਂ ਕਹਿੰਦੇ ਮੈਂ ਤਾਂ ਵੀ ਆਪਣੇ ਆਪ ਨੂੰ ਜਾਣਦਾ ਨਹੀਂ ਕੀ ਹਾਂ। ਕਿੰਨੀ ਮਰਜ਼ੀ ਵਿਦਿਆ ਪੜ੍ਹ ਲਓ, ਜੇ ਕਿਸੇ ਨੂੰ ਪੁੱਛੇ ਤੂੰ ਕੌਣ ਹੈ, ਕਹਿੰਦਾ ਮੈਂ ਇਨਸਾਨ ਹੈ। ਇਨਸਾਨ ਤਾਂ ਸਰੀਰ ਦਾ ਨਾਂ ਹੈ। ਜਦੋਂ ਸਰੀਰ 'ਚ ਨਹੀਂ ਸੀ ਬੜੇ, ਹੁਣ ਵੀ ਸਰੀਰ ਨੂੰ ਤਾਂ ਨਹੀਂ ਕਹਿੰਦੇ ਮੈਂ ਸਰੀਰ ਹਾਂ, ਆਪਾਂ ਕਹਿੰਦੇ ਮੇਰਾ ਸਰੀਰ ਹੈ। ਫਿਰ ਆਪਾਂ ਕੌਣ ਹੋਏ? ਉਹ ਜਿਹੜਾ ਆਪਣੇ ਆਪ ਨੂੰ ਆਪਾਂ ਨਹੀਂ ਜਾਣਦੇ ਕਹਿੰਦੇ ਆ ਨਾ, ਇਹਦਾ ਨਾਂ ਅਗਿਆਨ ਹੈ। ਵਸਤੁ ਸਤਿਆ ਕੋ ਜਾਣੇ ਨਹੀਂ। ਜਿਹੜਾ ਅਸਲੀ ਵਸਤੂ ਆਪਣੇ ਆਤਮ ਸਰੂਪ ਨੂੰ ਜਾਣਨਾ ਨਹੀਂ, ਕਲਪੇ ਅਪਰਤਿਸੀ ਕੇ ਮਾਹੀ। ਉਸ ਨੂੰ ਹੋਰ ਤਰ੍ਹਾਂ ਕਲਪ ਲੈਣਾ। ਦੇ ਦ੍ਰਿਸ਼ਟਾਂਤ ਤੋਏ ਸਮਝਾਵੇ। ਗੁਰੂ ਹਰਗੋਬਿੰਦ ਸਾਹਿਬ ਜੀ ਕਹਿੰਦੇ ਸੰਤ ਜੀ ਤੈਨੂੰ ਦ੍ਰਿਸ਼ਟਾਂਤ ਦੇ ਕੇ ਸਮਝਾਉਂਦੇ ਹਾਂ। ਜਗ ਕੀ ਰਚਨਾ ਤਥਾ ਜਨਾਵੇ। ਜਗ ਦੀ ਰਚਨਾ ਦੱਸਦੇ ਆ ਵੀ ਝੂਠੀ ਹੈ ਕਿ ਸੱਚੀ ਹੈ, ਲੈ ਤੈਨੂੰ ਦਸੀਏ। ਤਮੈ ਰਾਜ ਕੋ ਨਾਹੇ ਨ ਜਾਣੇ। ਹਨੇਰਾ ਹੁੰਦਾ ਤੇ ਰੱਸੀ ਦਾ ਗਿਆਨ ਨਹੀਂ ਹੁੰਦਾ ਆਪਾਂ ਨੂੰ। ਪਰਮ ਤੇ ਬਸਿਅਰ ਤਿਸ ਕੋ ਮਾਨੇ। ਹਨੇਰੇ ਕਰਕੇ ਭਰਮ ਹੁੰਦਾ ਤੇ ਰੱਸੀ ਨੂੰ ਸੱਪ ਮੰਨੀ ਜਾਂਦੇ ਹਾਂ ਆਪਾਂ। ਭੈ ਧਰ ਕੇ ਪਾਜਿਤ ਕੰਮ ਪਾਏ। ਉਹ ਤੋਂ ਭੈ ਧਾਰ ਕੇ ਕੰਬਦੇ ਆ, ਕਿਤੇ ਸੱਪ ਨੱਠ ਕੇ ਡਸ ਨਾ ਦੇਵੇ। ਸੱਪ ਦਾ ਉਥੇ ਲੇਸ ਮਾਤਰ ਵੀ ਸੱਪ ਨਹੀਂ ਹੁੰਦਾ, ਹੁੰਦੀ ਤਾਂ ਰੱਸੀ ਹੈ। ਜੇ ਹੋਏ ਝੂਠੋ ਕਿਉ ਡਰ ਪਾਏ। ਜੇ ਸੱਪ ਝੂਠਾ ਹੈ ਤਾਂ ਫਿਰ ਰੱਸੀ ਦੂ ਦੇ ਡਰਦਾ ਕਿਉਂ ਹੈ? ਸੱਪ ਹੈ ਨਹੀਂ। ਲੇਕਿਨ ਉਹ ਸੱਪ ਸੱਚ ਸਮਝੀ ਆਪਣੇ ਦਿਮਾਗ ਵਿੱਚ ਹੈ ਜਾਂ ਰੱਸੀ ਵਿੱਚ ਹੈ। ਮਹਾਰਾਜ ਕਹਿੰਦੇ ਸੰਤ ਜੀ ਜੇ ਸੱਪ ਝੂਠਾ ਹੋਵੇ ਤਾਂ ਡਰੇ ਕਿਉਂ? ਜੇ ਸਾਚੇ ਹੋਏ ਬਿਨ ਸੇ ਨਹੀਂ। ਜੇ ਸੱਚਾ ਹੋਵੇ ਤਾਂ ਉਹਨੂੰ ਨਾਸ ਨਹੀਂ ਹੋਣਾ। ਜੇ ਰੱਸੀ ਦਾ ਗਿਆਨ ਹੋ ਜੇ, ਸੱਪ ਕਿੱਧਰ ਉੱਡ ਜਾਂਦਾ ਪਤਾ ਨਹੀਂ ਲੱਗਦਾ। ਜਾਂ ਤੇ ਅਨਰਵਚਨ ਲਖ ਤਾਹੀ। ਇਸੇ ਕਰਕੇ ਉਹ ਅਨਰਵਚਨੀ ਹੈ। ਨਾ ਸੱਪ ਸੱਚਾ ਹੈ ਨਾ ਝੂਠਾ ਹੈ। ਜੇ ਤਾਂ ਹੈ ਝੂਠਾ ਤਾਂ ਆਪਾਂ ਨੂੰ ਡਰਨਾ ਨਹੀਂ ਚਾਹੀਦਾ। ਜੇ ਸੱਚਾ ਹੈ ਤਾਂ ਕਦੇ ਆਪਾਂ ਮਾਰਿਆ ਨਹੀਂ,
ਰੱਸੀ ਹਿਲਾ ਕੇ ਦੇਖੀ ਨੇ ਤਾਂ ਸੱਪ ਉੜਿਆ ਨਹੀਂ। ਜਿਵੇਂ ਉਹਦੇ ਵਿੱਚ ਝੂਠੀ ਸਤ ਸੰਗਤ ਜੀ ਭ੍ਰਾਂਤੀ ਹੈ ਕਿ ਇਹ ਸੱਪ ਹੈ ਰੱਸੀ, ਐ ਬ੍ਰਹਮ ਦੇ ਵਿੱਚ ਆਪਾਂ ਨੂੰ ਝੂਠਾ ਹੀ ਭਰਮ ਹੈ ਕਿ ਇਹ ਸੰਸਾਰ ਹੈ। ਸੰਸਾਰ ਸਤ ਸੰਗਤ ਜੀ ਬ੍ਰਹਮ ਦੇ ਵਿੱਚ ਕਲਪਿਤ ਹੈ। ਤਿਮ ਬ੍ਰਹਮ ਰੂਪ ਨਹੀਂ ਜਿਨ ਜਾਣਾ, ਕਿਉਂ ਜਿਨ੍ਹਾਂ ਨੇ ਰੱਸੀ ਨਹੀਂ ਜਾਣੀ ਉਹਨਾਂ ਨੂੰ ਸੱਪ ਹੀ ਦਿਸੇਗਾ। ਜਦੋਂ ਰੱਸੀ ਜਾਣ ਲਈ ਉਦੋਂ ਸੱਪ ਪਤਾ ਨਹੀਂ ਕਿੱਧਰ ਉੱਡ ਜਾਣਾ। ਇਸ ਤਰ੍ਹਾਂ ਜਿਨ੍ਹਾਂ ਨੇ ਭਾਈ ਵਾਹਿਗੁਰੂ ਨੂੰ ਨਹੀਂ ਜਾਣਿਆ ਉਹਨਾਂ ਚਿਰ ਤੁਹਾਨੂੰ ਸੰਸਾਰ ਦਿਸੇਗਾ। ਜਦੋਂ ਵਾਹਿਗੁਰੂ ਦੀ ਸਤ ਦੀ ਸਿਖਿਆਤਤਾ ਹੋ ਗਈ ਉਦੋਂ ਸੰਸਾਰ ਐ ਉੱਡ ਜੂ ਜਿਵੇਂ ਰੱਸੀ ਦੇ ਗਿਆਨ ਨਾਲ ਸੱਪ ਉੱਡ ਗਿਆ ਸੀ। ਤਿਸ ਕੋ ਭਾਗਤ ਹੈ ਅਗਿਆਨ, ਉਹਨੂੰ ਕਹਿੰਦੇ ਆ ਅਗਿਆਨ। ਅਗਿਆਨ ਸਤ ਸੰਗਤ ਜੀ ਨਾਸ ਹੁੰਦਾ ਗਿਆਨ ਦੇ ਨਾਲ। ਜਿਤਨੀ ਸਤ ਸੰਗਤ ਜੀ ਬਨਸਪਤੀ ਹੈ ਫਲ ਕਾਰਨ ਫੂਲੀ ਬਨ ਰਹਾ ਹੈ, ਫਲ ਲਾਗਾ ਤਾਂ ਫੂਲ ਬੁਲਾਏ। ਫਲ ਲੱਗਣ ਵਾਸਤੇ ਬਨਸਪਤੀ ਫੁੱਲ ਦੇ ਸਹਿਤ ਖਿੜਦੀ ਹੈ, ਫੁੱਲਾਂ ਦੇ ਸਹਿਤ। ਜਦੋਂ ਫਲ ਲੱਗ ਜਾਂਦਾ ਫੁੱਲ ਕਿੱਥੇ ਦਿਖਿਆ, ਕਦੇ ਲੱਭੇ ਆ ਪੱਤੀਆਂ ਦਾ ਪਤਾ ਹੀ ਨਹੀਂ ਲੱਗਦਾ ਕਿੱਥੇ ਰਹਿ ਜਾਂਦੀਆਂ, ਭਸਮ ਹੋ ਜਾਂਦੀਆਂ। ਗਿਆਨ ਹੈ ਕਾਰਨ ਕਰਮ ਅਭਿਆਸ, ਗਿਆਨ ਪਿਆ ਤਾਂ ਕਰਮ ਹੈ ਨਾਸ। ਗਿਆਨ ਦੀ ਪ੍ਰਾਪਤੀ ਵਾਸਤੇ ਹੀ ਖਾਲਸਾ ਜੀ ਆਹ ਅਭਿਆਸ ਕਰਦੇ ਆ, ਸੰਗਤ 'ਚ ਬੈਠਣਾ, ਕੀਰਤਨ ਸੁਣਨਾ, ਨਿਤਨੇਮ ਬਾਣੀ ਕੰਠ ਕਰਨੀ, ਰਹਿਤ ਵਹਿਤ ਰੱਖਣੀ, ਸੁਚਮ ਦੇ ਸਹਿਤ ਸਤ ਸੰਗਤ ਜੀ ਸਰੀਰ ਕਰਕੇ ਵੀ ਰਹਿਤ ਵਹਿਤ ਰੱਖਣੀ, ਮਨ ਕਰਕੇ ਵੀ ਝੂਠ ਨਹੀਂ ਬੋਲਣਾ, ਰਸਨਾ ਕਰਕੇ ਨਿੰਦਿਆ ਚੁਗਲੀ ਤੋਂ ਬਚ ਕੇ ਰਹਿਣਾ, ਕਿਸ ਦਾ ਬੁਰਾ ਨਹੀਂ ਚਿਤਵਣਾ। ਇਹ ਜਿੰਨੇ ਗੁਣ ਨੇ ਖਾਲਸਾ ਜੀ ਸਾਧਨ ਐ ਕਰਦੇ ਆ ਜਿਵੇਂ ਫੁੱਲ ਸਤ ਪਹਿਲੀ ਰਾਤੀ ਫੁੱਲੜਾ, ਫਲ ਪੀ ਪਿੱਛਾ ਰਾਤ, ਜੋ ਜਾਗਨ ਰਹਨ ਸੇ ਸਾਈ ਕੰਨੋ ਦਾਤ। ਫੁੱਲ ਲੱਗਿਆ ਬਿਨਾ ਫਲ ਨਹੀਂ ਲੱਗਦਾ। ਸੰਗਤ ਵਿੱਚ ਰਹਿਤ ਵਹਿਤ ਧਰਮੀ ਹੋਇਆ ਬਿਨਾ ਗਿਆਨ ਦਾ ਫਲ ਨਹੀਂ ਮਿਲਣਾ ਹੈ। ਜਬ ਅਗਿਆਨ ਬ੍ਰਹਮ ਕੋ ਭਇਓ, ਜਦੋਂ ਭਾਈ ਬ੍ਰਹਮ ਦਾ ਅਗਿਆਨ ਹੈ ਤਿਸ ਅਗਿਆਨ ਜਗਤ ਨਿਰਮਇਓ। ਉਹ ਪਰਮੇਸ਼ਰ ਦੇ ਅਗਿਆਨ ਕਰਕੇ ਸੰਸਾਰ ਆਪਾਂ ਨੂੰ ਦਿਸ ਰਿਹਾ ਹੈ। ਜਿਵੇਂ ਰੱਸੀ ਦੇ ਅਗਿਆਨ ਕਰਕੇ ਸੱਪ ਦੀਂਦਾ ਨਾ, ਐ ਵਾਹਿਗੁਰੂ ਦੇ ਅਗਿਆਨ ਕਰਕੇ ਸਤ ਸੰਜੀ ਆਪਾਂ ਨੂੰ ਇਹ ਸੰਸਾਰ ਦਿਸ ਰਿਹਾ ਹੈ। ਸਤਿਗੁਰ ਬੜੇ ਭਾਗ ਤੇ ਮਿਲੇ, ਸਤਿਗੁਰੂ ਵੱਡੇ ਭਾਗਾਂ ਕਰਕੇ ਪ੍ਰਾਪਤ ਹੁੰਦੇ ਨੇ। ਜਣਾ ਖਣਾ ਨਾ ਅੰਮ੍ਰਿਤ ਛਕ ਲਵੇ, ਸਾਰੇ ਨਾ ਸੰਗਤ ਚ ਆ ਜਾਣ। ਪੂਰਵ ਦਾ ਜਦੋਂ ਪੁੰਨ ਹੁੰਦਾ ਖਾਲਸਾ ਜੀ ਉਦੋਂ ਗੁਰੂ ਸਾਹਿਬ ਮਿਲਦਾ ਹੈ। ਸੋ ਉਪਦੇਸ਼ ਦੇ ਜਬ ਭਲੇ, ਫਿਰ ਗੁਰੂ ਸਾਹਿਬ ਉਪਦੇਸ਼ ਦੇਣ, ਆਪਣੇ ਬਲੀ ਕਰਮ ਹੋਣ, ਆਪਾਂ ਉਪਦੇਸ਼ ਨੂੰ ਗ੍ਰਹਿਣ ਕਰੀਏ। ਕਈ ਵਾਰ ਸੁਣ ਲਈਦਾ ਕਹਿੰਦੇ ਮੈਂ ਨਹੀਂ ਮੰਨਦਾ, ਕਈ ਵਾਰ ਮੰਨ ਲਈਦਾ ਠੀਕ ਹੈ, ਫਿਰ ਕਮਾਈ ਫਿਰ ਕੌਣ ਕਰੂਗਾ। ਮੰਨ ਤਾਂ ਲਿਆ, ਸੁਣਿਆ ਮੰਨਿਆ, ਮਨ ਕੀਤਾ ਭਾਉ ਅੰਤਰਗਤ ਤੀਰਥ ਮਰਨ ਆਓ। ਵੱਡੇ ਭਾਗਾਂ ਕਰਕੇ ਮਾਨਸ ਦੇ ਹੀ ਮਿਲੀ ਖਾਲਸਾ ਜੀ। ਨਾਲ ਦੀ ਨਾਲ ਸਤ ਸੰਗਤ ਗੁਰੂ ਸਾਹਿਬ ਦੀ ਕਿਰਪਾ ਹੋਈ, ਮਹਾਰਾਜ ਆਪਾਂ ਨੂੰ ਪ੍ਰੇਮ ਬਖਸ਼ਿਆ, ਉਪਦੇਸ਼ ਦਿੱਤਾ। ਨਾਲ ਦੀ ਨਾਲ ਕਮਾਈ ਤਾਂ ਭਾਈ ਆਪ ਹੀ ਕਰਨੇ, ਛਾਤੀ ਤੇ ਪਿਆ ਬੇਰ ਜੇ ਕੋਈ ਮੇਰੇ ਮੂੰਹ ਚ ਪਾ ਦਿਓ, ਉਹਨੂੰ ਕਹਿਣਗੇ ਤੇਰੇ ਵਰਗਾ ਦਲਿਦਰੀ ਕੌਣ ਆ, ਬੇਰੀ ਨੇ ਸਿੱਟਦਾ ਤੇਰੀ ਛਾਤੀ ਤੇ ਬੈਰ, ਕੋਈ ਬੇਰੀ ਥੱਲੇ ਪਿਆ ਸੀ, ਉੱਤੋਂ ਹਵਾ ਦੇ ਨਾਲ ਸੋਹਣਾ ਬੇਰ ਡਿੱਗਿਆ ਛਾਤੀ ਤੇ, ਹਾਕਾ ਮਾਰਦਾ ਦਲਿਦਰੀ, ਕਹਿੰਦਾ ਮੇਰੇ ਕੋਈ ਮੂੰਹ ਚ ਪਾ ਜੋ। ਕਹਿੰਦੇ ਵਾਹ ਬਈ ਵਾਹ, ਕਹਿੰਦੇ ਹੁਣ ਤੂੰ ਮੂੰਹ ਚ ਪਾਉਣ ਜੋਗਾ ਵੀ ਨਹੀਂ। ਸੋ ਸਤਿਗੁਰਾਂ ਨੇ ਖਾਲਸਾ ਜੀ ਕਿਰਪਾ ਕੀਤੀ, ਕਲਯੁਗ ਦੇ ਸਮੇਂ ਚ ਐਸਾ ਅੰਮ੍ਰਿਤਮਈ ਉਪਦੇਸ਼ ਦਿੱਤਾ, ਮਾਨਸ ਦੇਹੀ ਦੇ ਦਿੱਤੀ, ਤੰਦਰੁਸਤੀ ਦੇ ਦਿੱਤੀ, ਮਾਂ ਬਾਪ ਨੇ ਪਾਲ ਦਿੱਤੇ, ਹਰ ਤਰ੍ਹਾਂ ਕਰਕੇ ਸਾਰੀਆਂ ਸਹੂਲਤਾਂ। ਫੇਰ ਕਹੀਏ ਸੰਗਤ ਚ ਨਹੀਂ ਜਾ ਹੁੰਦਾ ਜੀ, ਨਾ ਬਾਣੀ ਨਹੀਂ ਪੜ੍ਹੀ ਜਾਂਦੀ, ਇਹ ਤਾਂ ਸਤ ਸੰਗਤ ਜੀ ਮਨ ਹਰਾਮੀ ਹੈ। ਜੈਸੇ ਰਜੂ ਗਿਆ ਤਾ ਕੋਏ, ਜਿਵੇਂ ਸਤ ਸੰਗਤ ਜੀ ਰੱਸੀ ਦਾ ਗਿਆਨ ਹੋਣ ਤੇ ਉਪਦੇਸ਼ੇ ਐ ਨਹਿ ਏਕ ਹੋਏ। ਫੇਰ ਸੱਪ ਨਹੀਂ ਪਤਾ ਲੱਗ ਜਾਂਦਾ ਇਹ ਸੱਪ ਨਹੀਂ ਹੈ। ਮੈਂ ਨੀਕੇ ਹੇਰੀ ਕਜ ਕਹੇ, ਇਸੇ ਤਰ੍ਹਾਂ ਕਹਿੰਦਾ ਮੈਂ ਚੰਗੀ ਤਰ੍ਹਾਂ ਪਰਖ ਲਈਏ ਤਾਂ ਰੱਸੀ ਹੋਈ ਹੈ, ਐਵੇਂ ਮੈਨੂੰ ਤਾਂ ਸੱਪ ਪ੍ਰਤੀਤ ਹੁੰਦਾ ਸੀ। ਜਦੋਂ ਖਾਲਸਾ ਜੀ ਬ੍ਰਹਮ ਨੂੰ ਪਰਖ ਲਈਦਾ ਹੈ ਕਿ ਬ੍ਰਹਮ ਦਾ ਸਰੂਪ ਇਹ ਹੈ, ਉਦੋਂ ਐਵੇਂ ਹੀ ਕਹਿੰਦੇ ਮੈਨੂੰ ਤਾਂ ਐਵੇਂ ਹੀ ਸੰਸਾਰ ਪ੍ਰਤੀਤ ਹੁੰਦਾ ਸੀ ਤਾਂ ਬ੍ਰਹਮ। ਭੈ ਕੰਪ ਤਿਸੀ ਕੋ ਦਹੇ, ਉਹਨਾਂ ਚਿਰ ਹੀ ਸਤ ਸੰਗਤ ਜੀ ਭੈ ਤੇ ਕੰਬਣਾ ਹੈ ਜਿੰਨਾ ਚਿਰ ਸੱਪ ਦੀਂਦਾ। ਤਿਮ ਉਪਦੇਸ਼ ਗੁਰੂ ਜਬ ਕਰੇ, ਉਹਨਾਂ ਚਿਰ ਹੀ ਡਰ ਹੈ ਜਿੰਨਾ ਚਿਰ ਸੰਸਾਰ ਦੀਂਦਾ ਹੈ। ਜਦੋਂ ਸੰਸਾਰ ਦਾ ਭਾਵ ਹੋ ਗਿਆ, ਭਾਵ ਹੋਣਾ, ਉਹਦੇ ਅਸਤ ਕੀ ਮਨ ਬੁੱਧ ਨਾਸੀ ਤਾਂ ਸਦਾ ਸਹਿਜ ਲਵਲੀਨਾ।
ਐਸਾ ਉਪਦੇਸ਼ ਦਿੱਤਾ ਮਹਾਰਾਜ ਜੀ ਨੇ। ਬ੍ਰਹਮ ਗਿਆਨ ਤਿਸੀ ਕੋ ਹਰੇ। ਉਹਦਾ ਸਤ ਸੰਗਤ ਜੀ ਅਗਿਆਨ ਸੀ ਨਾਸ਼ ਕਰ ਦਿੱਤਾ, ਬ੍ਰਹਮ ਗਿਆਨ ਦੇ ਦਿੱਤਾ ਸੰਤ ਨੂੰ। ਕਲਪਿਓ ਜਗਤ ਸਰਬ ਕੀ ਨਿਆਈ। ਸਾਰਾ ਸੰਸਾਰ ਉਸ ਨੂੰ ਕਲਪਿਤ ਦਿਸਣ ਲੱਗ ਗਿਆ, ਜਿਵੇਂ ਰੱਸੀ ਸਭ ਪ੍ਰਤੀਤ ਹੁੰਦਾ ਸੀ। ਬ੍ਰਹਮ ਰਜੂ ਸਮ ਲਖ ਸੁਖ ਪਾਈ। ਸੁਖ ਪਾਇਆ ਸੰਤ ਨੇ ਅਧਿਸ਼ਟਾਨ ਸਮਝ ਕੇ ਬ੍ਰਹਮ ਨੂੰ ਸਾਰਿਆਂ ਦਾ। ਬੰਧਿਆ ਸਤ ਸਮ ਜਗ ਨੇ ਕੂਰੋ। ਇਹ ਸੰਸਾਰ ਨਾ ਝੂਠਾ ਨਾ ਸੱਚਾ, ਜਿਵੇਂ ਬੰਝਿਆ ਦਾ ਪੁੱਤਰ ਹੁੰਦਾ। ਇੰਦਰੈ ਵਿਸ਼ੇ ਦਿਖਤ ਬਦ ਰੂਰੇ। ਇਹ ਜਿੰਨੇ ਸਤ ਸੰਗਤ ਜੀ ਇੰਦਰੀਆਂ ਦੇ ਵਿਸ਼ੇ ਆਦਿਕ ਸੁੰਦਰ ਦੀਂਦੇ ਨੇ। ਸਤਿਆ ਬ੍ਰਹਮ ਕੀ ਸਤਿਆ ਸੰਗ। ਇਹ ਸਾਰੇ ਬ੍ਰਹਮ ਦੀ ਸੱਤਾ ਪਾ ਕਰਕੇ ਸੋਹਣੇ ਲੱਗਦੇ ਹਨ। ਪਾਸਤ ਹੈ ਸਤ ਨਾਨਾ ਰੰਗ। ਨਾਨਾ ਤਰ੍ਹਾਂ ਦੇ ਇਹਨਾਂ ਦੇ ਆਨੰਦ ਸਤ ਸੰਗਤ ਜੀ ਪ੍ਰਤੀਤ ਹੁੰਦੇ ਨੇ। ਜੈਸਾ ਚੋ ਹੋਵੇ ਤਿਸ਼ਟਾਨ। ਸੋ ਸਤ ਸੰਗਤ ਜੀ ਜਿੱਥੇ ਅਧਿਸ਼ਟਾਨ ਸੱਚਾ ਹੈ ਆਸਰਾ, ਤਾਂ ਕਲਪਨਾ ਬਨ ਹੈ ਆਨ। ਉੱਥੇ ਸਤ ਸੰਗਤ ਜੀ ਕਲਪਿਤ ਵਸਤੂ ਝੂਠੀ ਹੋਇਆ ਕਰਦੀ ਹੈ। ਕਾਫੀ ਰਹਿੰਦਾ ਜਾਵਤ ਨੇ ਇਤਿਸ਼ਟਾਨ ਸੋ ਜਾਣੇ। ਜਿੰਨਾ ਚਿਰ ਅਧਿਸ਼ਟਾਨ ਨੂੰ ਨਹੀਂ ਜਾਣਦਾ ਖਾਲਸਾ ਜੀ, ਉਹਨਾਂ ਚਿਰ ਤਾਵਤ ਭਰਮ ਤੇ ਕਲਪਨ ਠਾਨੇ। ਉਹਨਾਂ ਚਿਰ ਸਤ ਸੰਗਤ ਜੀ ਭਰਮ ਕਰਕੇ ਕਲਪਦਾ ਹੀ ਕਲਪਦਾ ਹੈ। ਸਤ ਸੰਗਤ ਜੀ ਸਮਾਂ ਸੰਪੂਰਨ ਹੋਇਆ ਹੈ, ਥੋੜਾ ਜਿਹਾ ਸਤ ਸੰਗਤ ਜੀ ਧਿਆਨ ਰਹਿ ਗਿਆ, ਕੱਲ ਨੂੰ ਵਿਚਾਰਾਂਗੇ। ਇਹ ਸੰਤ ਨੂੰ ਆਪ ਜੀ ਉਪਦੇਸ਼ ਦੇ ਰਹੇ ਨੇ ਖਾਲਸਾ ਜੀ। ਅਧਿਸ਼ਟਾਨ ਹੁੰਦਾ ਜਿਹਦੇ ਆਸਰੇ ਹੋਈਏ, ਜਿਹਦੇ ਆਸਰੇ ਕੋਈ ਚੀਜ਼ ਆਪਾਂ ਨੂੰ ਪ੍ਰਤੀਤ ਹੋਵੇ। ਜਿਵੇਂ ਜਿਹੜਾ ਸੱਪ ਪ੍ਰਤੀਤ ਹੋਇਆ ਰੱਸੀ ਦੇ ਆਸਰੇ ਹੈ ਕਿ ਨਹੀਂ, ਆ ਸੰਸਾਰ ਜਿਹੜਾ ਪ੍ਰਤੀਤ ਹੋ ਰਿਹਾ ਬ੍ਰਹਮ ਦੇ ਆਸਰੇ ਹੈ। ਜੇ ਰੱਸੀ ਦਾ ਗਿਆਨ ਹੋ ਜਾਵੇ ਤਾਂ ਸੱਪ ਉੱਡ ਜਾਂਦਾ ਹੈ, ਜੇ ਬ੍ਰਹਮ ਦਾ ਗਿਆਨ ਹੋ ਜਾਏ ਤਾਂ ਸੰਸਾਰ ਦਾ ਵੀ ਭਾਵ ਹੋ ਜਾਂਦਾ ਹੈ। ਸੋ ਖਾਲਸਾ ਜੀ ਰੱਸੀ ਦਾ ਜਿਹੜਾ ਗਿਆਨ ਹੈ ਉਹ ਪ੍ਰਕਾਸ਼ ਦੇ ਕਰਕੇ ਸਤ ਸੰਗਤ ਜੀ ਪਤਾ ਲੱਗੇਗਾ। ਜਿਸ ਵੇਲੇ ਪ੍ਰਕਾਸ਼ ਹੋ ਗਿਆ, ਹਨੇਰਾ ਚੱਕਿਆ ਗਿਆ, ਰੱਸੀ ਦਾ ਗਿਆਨ ਹੋ ਜਾਣਾ।